ਤਾਂ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੋਤਵਾਲੀ ਦੀ ਜਿਹੜੀ ਘਟਨਾ ਵਾਪਰੀ ਹੈ ਤਾਂ ਉਸ ਦੀ ਨਿੰਦਾ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਭ ਤੋਂ ਉੱਪਰ। ਸੀਐਮ ਦੇ ਵੱਲੋਂ ਇਹ ਗੱਲ ਕਹੀ ਗਈ, ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਤਾਂ ਵੱਡਾ ਬਿਆਨ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਬੇਅਦਬੀ ਦੀ ਘਟਨਾ ਦੇ ਉੱਤੇ ਦਿੱਤਾ ਗਿਆ। ਪਹਿਲਾਂ ਜਿਹੜੀ ਮੰਗ ਹੋ ਰਹੀ ਸੀ ਸੰਗਤਾਂ ਦੇ ਵੱਲੋਂ ਜਾਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ, ਤਾਂ ਉਸ ਤੋਂ ਬਾਅਦ ਹੁਣ ਸੀਐਮ ਮਾਨ ਦਾ ਵੀ ਜਵਾਬ ਆਇਆ। ਉਹਨਾਂ ਨੇ ਕਿਹਾ ਕਿ ਸੀਐਮ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸੀਐਮ ਮਾਨ ਦੇ ਵੱਲੋਂ ਇਹ ਜਿਹੜਾ ਟਵੀਟ ਕਰਕੇ ਇਹ ਆਖਿਆ ਗਿਆ, ਨਿੰਦਾ ਵੀ ਕੀਤੀ ਹੈ ਉਹਨਾਂ ਨੇ ਇਸ ਸਾਰੇ ਜਿਹੜੇ ਘਟਨਾਕ੍ਰਮ ਦੀ। ਉਹਨਾਂ ਨੇ ਟਵੀਟ ਦੇ ਵਿੱਚ ਜੋ ਜ਼ਿਕਰ ਕੀਤਾ, ਟਵੀਟ 'ਚ ਲਿਖਿਆ ਕਿ ਮੋਰਿੰਡਾ ਦੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਬੇहद ਨਿੰਦਣਯੋਗ ਹੈ ਔਰ ਇਸ ਦੇ ਜਿਹੜੇ ਮੁਲਜ਼ਮ ਨੇ ਉਹ ਬਖਸ਼ੇ ਨਹੀਂ ਜਾਣਗੇ। ਤਾਂ ਮੰਗ ਹੋ ਰਹੀ ਸੀ ਸੰਗਤ ਦੇ ਵੱਲੋਂ ਵੀ, ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਵੀ। ਤਾਂ ਜਿਸ ਤੋਂ ਬਾਅਦ ਇਹ ਟਵੀਟ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ ਸੰਗਤਾਂ ਦੇ ਵੱਲੋਂ ਕਿ ਸਰਕਾਰ ਇਸ ਦੇ ਪਿੱਛੇ ਅਸਲ ਵਜ੍ਹਾ ਜਿਹੜੀ ਉਹ ਪਤਾ ਕਰਕੇ ਦੇਵੇ ਔਰ ਸਰਕਾਰ ਨੂੰ ਇਹ ਆਸ਼ਵਾਸਨ ਭਰੋਸਾ ਦੇਣਾ ਚਾਹੀਦਾ ਲੋਕਾਂ ਨੂੰ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬੇਅਦਬੀ ਦੀਆਂ ਜਿਹੜੀਆਂ ਉਹ ਨਾ ਵਾਪਰਨ। ਔਰ ਸਰਕਾਰ ਤੋਂ ਗਿਲਾ ਵੀ ਜਿਹੜਾ ਉਹ ਲੋਕ ਜਤਾ ਰਹੇ ਸੀ, ਸਰਕਾਰ ਤੋਂ ਖਫਾ ਵੀ ਹੋ ਰਹੇ ਸਨ। ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਟਵੀਟ ਕਰ ਰਹੇ ਨੇ ਤੇ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ, ਤੇ ਨਾਲ ਹੀ ਇਹ ਆਖਿਆ ਕਿ ਬੇਅਦਬੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ, ਉਸ ਨੂੰ ਸਖਤ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਏਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰਕੇ ਜਿਹੜਾ ਇਹ ਲਿਖ ਰਹੇ ਹੈ ਇਸ ਸਾਰੇ ਘਟਨਾਕ੍ਰਮ ਦੇ ਉੱਤੇ ਜੋ ਥਾਣਾ ਕੋਤਵਾਲੀ ਦੇ ਮਾਫ ਕਰਨਾ ਜਿਹੜਾ ਗੁਰਦੁਆਰਾ ਥਾਣਾ ਕੋਤਵਾਲੀ ਸਾਹਿਬ ਨੂੰ ਲੈ ਕੇ ਜਿਹੜੀ ਆ ਉਹ ਵਾਪਰੀ ਹੈ। ਤਾਂ ਇਸ ਤੋਂ ਪਹਿਲਾਂ ਥਾਣਾ ਮੋਰਿੰਡਾ ਦੇ ਵਿੱਚ ਜੋ ਲੋਕ ਇਕੱਠੇ ਹੋਏ ਸੀਗੇ ਜਿਹੜੇ ਇਹ ਮੰਗ ਕਰ ਰਹੇ ਨੇ ਕਿ ਮੁਲਜ਼ਮ ਨੂੰ ਸਾਡੇ ਹਵਾਲੇ ਕੀਤਾ ਜਾਵੇ, ਉਹ ਵੀ ਤੁਹਾਨੂੰ ਅਸੀਂ ਦਿਖਾਇਆ। ਉਸ ਤੋਂ ਪਹਿਲਾਂ ਇਸ ਮੁਲਜ਼ਮ ਦੇ ਘਰ ਵੀ ਕੁਝ ਲੋਕ ਪਹੁੰਚੇ ਹੋਏ ਸੀ, ਘਰ ਦੀ ਭੰਨਤੋੜ ਕਰ ਦਿੱਤੀ ਗਈ ਹੈ, ਸ਼ੀਸ਼ੇ ਤੋੜ ਦਿੱਤੇ ਗਏ ਨੇ ਘਰ ਦੇ। ਹਾਲਾਂਕਿ ਉਸ ਮੁਲਜ਼ਮ ਦੇ ਘਰ ਵਾਲੇ ਉੱਥੇ ਨਹੀਂ, ਉਹ ਉੱਥੋਂ ਜਾ ਚੁੱਕੇ ਨੇ। ਬਾਬਾ ਬਲਵੀਰ ਸਿੰਘ ਬੁੱਢਾ ਦਲ ਤੋਂ ਸਾਡੇ ਨਾਲ ਜੁੜੇ ਆ। ਉਹਨਾਂ ਬਾਬਾ ਜੀ, ਜਿਹੜੀ ਇਹ ਘਟਨਾ ਵਾਪਰੀ, ਸਭ ਤੋਂ ਪਹਿਲਾਂ ਜਿਹੜਾ ਇਸ ਦੇ ਉੱਤੇ ਪ੍ਰਤੀਕਰਮ ਤੁਹਾਡਾ ਕੀ ਹੈ? ਕੀ ਇਹਦੇ ਪਿੱਛੇ ਕੋਈ ਸਾਜ਼ਿਸ਼ ਲੱਗਦੀ ਹੈ ਤੁਹਾਨੂੰ? ਜੇ ਸਾਜ਼ਿਸ਼ ਲੱਗਦੀ ਹੈ ਤਾਂ ਕੀ ਸਾਜ਼ਿਸ਼ ਹੋ ਸਕਦੀ ਹੈ? ਕਿਉਂਕਿ ਵਾਰ-ਵਾਰ ਜੇ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਉਸ ਦੇ ਨਾਲ ਲੋਕਾਂ ਨੂੰ ਵੀ ਠੇਸ ਪਹੁੰਚਦੀ ਹੈ, ਸਭ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ। ਇਹ ਮੈਂ ਵੀ ਅਜੇ ਰਾਹ 'ਚ ਕੋਈ ਦੇਖ ਨਹੀਂ ਸਕਿਆ ਕੋਈ ਮੈਂ ਵੀਡੀਓ ਵਗੈਰਾ, ਪਰ ਜੋ ਪਤਾ ਲੱਗਿਆ ਉਹ ਆਪਣੇ ਬਹੁਤ ਹੀ ਦੁਖਦਾਈ ਹੈ, ਨਾ ਆਪਣੇ ਸਹਿਣਯੋਗ ਹੈ। ਤੇ ਜੇ ਉਹਨੇ ਆਪਣੇ ਦਸਤਾਰ ਵੀ ਦੱਸਦੇ ਸਜਾਈ ਹੋਈ ਹੈ, ਪਰ ਉਹ ਆਪਣੇ ਜੇ ਉਹ ਹੈ ਆਪਣੇ ਇੱਧਰ ਦਾ ਹੀ ਹੈ ਮੁੰਡਾ, ਪੰਜਾਬ ਦਾ ਹੀ ਹੈ। ਹਾਂਜੀ ਹਾਂਜੀ, ਉਹ ਇੱਥੇ ਲੋਕਲ ਹੀ ਦੱਸਿਆ ਜਾ ਰਿਹਾ ਜੀ, ਮੋਰਿੰਡਾ ਦੇ ਨਜ਼ਦੀਕ ਹੀ ਦੱਸਿਆ ਜਾ ਰਿਹਾ। ਔਰ ਲੋਕਾਂ ਦੇ ਪਰ ਉਹਨੇ ਆਪਣੇ ਆਪ ਨੂੰ ਕਲੰਕਿਤ ਕੀਤਾ, ਆਪਦੇ ਪਰਿਵਾਰ ਨੂੰ ਵੀ ਹੈ ਨਾ ਕਲੰਕਿਤ ਕੀਤਾ, ਤੇ ਬਹੁਤ ਹੀ ਆਪਣੇ ਦੁਖਦਾਈ ਘਟਨਾ ਹੈ। ਤੇ ਇਹੋ ਜਿਹੇ ਨੂੰ ਤੇ ਜਿੰਨੀ ਸਜ਼ਾ ਮਿਲ ਜਾਵੇ ਉਨੀ ਥੋੜੀ ਹੈ। ਅੱਛਾ ਜੀ। ਤੇ ਇਹਦੀ ਆਪਣੇ ਡੂੰਘਾਈ 'ਚ ਪੰਜਾਬ ਸਰਕਾਰ ਨੂੰ ਚਾਹੀਦਾ, ਪੰਜਾਬ ਪੁਲਿਸ ਨੂੰ ਉਹਦਾ ਪੂਰਾ ਆਪਣੇ ਉਹਦੀ ਡੂੰਘਾਈ 'ਚ ਜਾ ਕੇ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਵੀ ਇਹਦੇ ਪਿੱਛੇ ਕੌਣ ਹੈ, ਕੀ ਹੈ ਚੱਕਰ, ਕਿਉਂ ਉਹਨੇ ਇੰਨਾ ਜ਼ਿਆਦਾ ਆਪਣੇ ਉਹ ਮਾੜਾ ਕੰਮ ਕੀਤਾ ਹਨਾ। ਗ੍ਰੰਥੀ ਸਿੰਘਾਂ ਨੂੰ ਵੀ ਚਪੇੜਾਂ ਕਹਿੰਦੇ ਮਾਰੀਆਂ ਤੇ ਮਹਾਰਾਜ ਦੇ ਸਰੂਪਾਂ ਦੀ ਵੀ ਬੇਅਦਬੀ ਕੀਤੀ ਹੈ। ਅੱਛਾ, ਜਿਹੜਾ ਮੋਰਿੰਡਾ ਇਸ ਘਟਨਾ ਤੋਂ ਬਾਅਦ ਮੋਰਿੰਡਾ ਥਾਣੇ ਦੇ ਬਾਹਰ ਹੁਣ ਵੱਡੀ ਗਿਣਤੀ 'ਚ ਸੰਗਤ ਇਕੱਠੀ ਹੋ ਗਈ ਹੈ, ਕਿਉਂਕਿ ਮੁਲਜ਼ਮ ਨੂੰ ਉੱਥੇ ਫੜਿਆ ਗਿਆ ਪੁਲਿਸ ਦੇ ਵੱਲੋਂ ਤੇ ਸੰਗਤ ਇਹ ਕਹਿੰਦੀ ਕਿ ਸਾਡੇ ਹਵਾਲੇ ਕਰ ਦਿੱਤਾ ਜਾਏ। ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ? ਪ੍ਰਸ਼ਾਸਨ ਤਾਂ ਪਹਿਲਾਂ ਹੀ ਉਹ ਨਾ ਫੜਾਉਂਦੇ ਹਨਾ, ਤੇ ਹੁਣ ਆਪਣੇ ਪ੍ਰਸ਼ਾਸਨ ਕੋਲੇ ਕਾਨੂੰਨ ਵੀ ਦੇਖਣਾ ਚਾਹੀਦਾ। ਪਰ ਇਹ ਹੈ ਵੀ ਜਿਵੇਂ ਆਪਣੇ ਜੋ ਉਹਨੇ ਕੀਤਾ ਉਹਨੂੰ ਸਜ਼ਾ ਹੈ ਤੇ ਮੌਤ ਹੋਣੀ ਚਾਹੀਦੀ। ਜਿਹੜੀ ਆਪਣੇ ਕੋਈ ਵੀ ਕਿਸੇ ਵੀ ਧਰਮ ਦੀ ਬੇਅਦਬੀ ਕਰਦਾ ਤੇ ਉਹ ਬਹੁਤ ਹੀ ਦੁਖਦਾਈ ਹੈ, ਨਾ ਸਹਿਣਯੋਗ ਹੈ। ਮੈਂ ਤਾਂ ਜੇ ਇਹੀ ਕਹਿ ਸਕਦਾ, ਉਹਨੇ ਬਹੁਤ ਮਾੜਾ ਕਰਮ ਕੀਤਾ, ਉਹਨੂੰ ਐ ਕਰਨਾ ਨਹੀਂ ਚਾਹੀਦਾ ਸੀ। ਨਾਲੇ ਦਸਤਾਰ ਸਜਾਈ ਹੋਈ ਹੈ।
ਅੱਛਾ ਬਾਬਾ ਬਲਬੀਰ ਸਿੰਘ ਜੀ, ਇੱਕ ਚੀਜ਼ ਦੱਸੋ ਕਿ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਹਾਂ, ਜਿੰਨੇ ਵੀ ਸਾਡੇ ਨਾਲ ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜੁੜੇ, ਕਿ ਜੋ ਜੀ ਪਿੱਛੇ ਘਟਨਾਵਾਂ ਵਾਪਰੀਆਂ, ਬੇਅਦਬੀ ਜੀ ਵਾਲੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਰਹੀਆਂ, ਕੀ ਉਹ ਅੰਜਾਮ ਤੱਕ ਨਹੀਂ ਪਹੁੰਚਾਈਆਂ ਜਾ ਸਕੀਆਂ, ਜਾਂ ਉਹਦੇ ਪਿੱਛੇ ਸਾਜ਼ਿਸ਼ ਕੀ ਸੀ, ਕਿਹਨਾਂ ਵੱਲੋਂ ਇਹ ਕਾਰੇ ਕੀਤੇ ਗਏ, ਕਿਉਂ ਕੀਤੇ ਗਏ, ਕਿਹੜੀ ਸਾਜ਼ਿਸ਼ ਦੇ ਤਹਿਤ ਕੀਤੇ ਗਏ? ਉਹ ਇਸੇ ਕਰਕੇ ਹੀ ਇਹ ਘਟਨਾਵਾਂ ਜਿਹੜੀਆਂ ਨੇ ਉਹ ਲਗਾਤਾਰ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ, ਕਿਉਂਕਿ ਕਈ ਘਟਨਾਵਾਂ ਹੁਣ ਤੱਕ ਹੋ ਚੁੱਕੀਆਂ, ਇੱਕ ਦੁੱਕਾ ਨਹੀਂ। ਇਹ ਪਹਿਲਾਂ ਆਪਾਂ ਪਿਛਲੇ ਸਾਲਾਂ ਦਾ ਜ਼ਿਕਰ ਕਰੀਏ, 2015 ਤੋਂ ਸ਼ੁਰੂ ਹੋ ਗਿਆ ਸੀ ਇਹ ਸਾਰਾ ਕੁਝ, ਜਾਂ ਉਸ ਤੋਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਉਸ ਤੋਂ ਬਾਅਦ ਲਗਾਤਾਰ ਹੀ ਹੋ ਰਹੀਆਂ ਨੇ। ਤਾਂ ਜੇ ਸਖਤੀ ਦੇ ਨਾਲ ਸਾਰਾ ਕੁਝ ਹੋਵੇ ਜਾਂ ਅੰਜਾਮ ਤੱਕ ਉਹਨਾਂ ਘਟਨਾਵਾਂ ਨੂੰ ਪਹੁੰਚਾਇਆ ਜਾ ਸਕਿਆ ਹੁੰਦਾ, ਤਾਂ ਫਿਰ ਸ਼ਾਇਦ ਅੱਜ ਇਹ ਘਟਨਾ ਨਾ ਵਾਪਰਦੀ, ਲੱਗਦਾ ਤੁਹਾਨੂੰ? ਬਿਲਕੁਲ ਉਹੀ ਹੈ ਨਾ, ਉਹ ਅਜੇ ਤੱਕ ਕੋਈ ਵੀ ਸੰਗਤ ਦੇ ਸਾਹਮਣੇ ਕੋਈ ਵੀ ਜਾਂਚ ਅਜੇ ਤੱਕ ਸਾਹਮਣੇ ਨਹੀਂ ਆਈ ਵੀ ਆਹ ਬੰਦੇ ਇਹਦੇ ਪਿੱਛੇ ਆਹ ਬੰਦੇ ਹੈ ਨਾ। ਤੇ ਜੇ ਉਹ ਕੋਈ ਪਿੱਛੇ ਕੌਣ ਕਰਵਾ ਰਿਹਾ, ਉਹ ਆਪਣੇ ਸੰਗਤਾਂ ਦੇ ਸਾਹਮਣੇ ਉਹ ਦੋਖੀ ਨੂੰ ਸਾਹਮਣੇ ਕਰਨਾ ਚਾਹੀਦਾ ਵੀ ਆਹ ਇਹਦੇ ਪਿੱਛੇ ਹੈ। ਇਸੇ ਕਰਕੇ ਵਾਰ-ਵਾਰ ਹੋਰ ਕਿਸੇ ਧਰਮ 'ਚ ਨਹੀਂ ਹੁੰਦੀ, ਸਾਡੇ ਹੀ ਸਿੱਖ ਪੰਥ ਦੇ ਵਿੱਚ ਹੀ ਕਿਉਂ ਇਹ ਦੁਖਦਾਈ ਘਟਨਾ ਵਾਰ-ਵਾਰ ਵਾਪਰਦੀਆਂ। ਅੱਛਾ, ਤੁਹਾਨੂੰ ਹੁਣ ਲੱਗਦਾ ਕਿ ਪੁਲਿਸ ਨੂੰ ਇਹ ਜਾਂਚ ਕਰਨ ਦੇਣੀ ਚਾਹੀਦੀ ਹੈ? ਚਲੋ ਆਪਾਂ ਪਿਛਲੀਆਂ ਘਟਨਾਵਾਂ ਦਾ ਕਹਿ ਰਹੇ ਹਾਂ ਕਿ ਨਹੀਂ ਅੰਜਾਮ ਤੱਕ ਪਹੁੰਚ ਸਕੀਆਂ, ਤਾਂ ਹੁਣ ਜੇ ਸੀਐਮ, ਕਿਉਂਕਿ ਮਾਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਬੇਅਦਬੀ ਦਾ ਮੁਲਜ਼ਮ ਬਖਸ਼ਿਆ ਨਹੀਂ ਜਾਊਗਾ, ਉਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਦਵਾਈ ਜਾਊਗੀ, ਤਾਂ ਹੁਣ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਜਿਹੜਾ ਉਹ ਜਾਂਚ ਸਹੀ ਕਰੂਗੀ ਔਰ ਸਹੀ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਉਹ ਲੋਕਾਂ ਤੱਕ, ਸੰਗਤ ਤੱਕ ਪਹੁੰਚਾਏਗੀ, ਜਿਸ ਤੋਂ ਬਾਅਦ ਘੱਟੋ ਘੱਟ ਭਰੋਸਾ ਹੋ ਸਕੇ? ਕਿਉਂਕਿ ਜੇ ਸੰਗਤ ਦੇ ਕੋਲੇ ਆ ਗਿਆ ਜਾਂ ਕਿਸੇ ਤਰ੍ਹਾਂ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ, ਤਾਂ ਫਿਰ ਮੈਨੂੰ ਲੱਗਦਾ ਕਿ ਉਹ ਗੱਲ ਫਿਰ ਉੱਥੇ ਹੀ ਦੱਬੀ ਰਹਿ ਜਾਣੀ ਹੈ ਕਿ ਇਹਨੇ ਕੀਤਾ ਕਿਉਂ, ਕਰਵਾਇਆ ਕਿਹਨੇ। ਹਾਂਜੀ, ਨਹੀਂ ਹੁਣ ਤੇ ਜੇ ਪੁਲਿਸ ਕੋਲੇ ਆ ਗਿਆ ਤੇ ਇਹਦੀ ਡੂੰਘਾਈ ਨਾਲ ਉਹਨੂੰ ਦਬਾਉਣਾ ਨਹੀਂ ਚਾਹੀਦਾ, ਉਹਨੂੰ ਸੰਗਤ ਦੇ ਸਾਹਮਣੇ ਜਿਹੜਾ ਏਜੰਸੀਆਂ ਨੇ ਉਹ ਪੁਲਿਸ ਆਪਣੇ ਜੋ ਵੀ ਹੈ ਜਿਹੜੇ ਵੀ ਇਨਕੁਆਇਰੀ ਕਰ ਰਹੇ ਨੇ ਉਹਨੂੰ ਪੂਰੀ ਡੂੰਘਾਈ 'ਚ ਜਾਂਚ ਕਰਕੇ ਸੰਗਤ ਦੇ ਸਾਹਮਣੇ ਲਿਆਉਣਾ ਚਾਹੀਦਾ, ਉਹਦੇ ਪਿੱਛੇ ਕੌਣ ਹੈ ਦੋਖੀ, ਪੰਥ ਦੋਖੀ ਕੌਣ ਹੈ। ਸੰਗਤ ਨੂੰ ਵੀ ਕੀ ਅਪੀਲ ਕਰਦੇ ਹੋ ਤੁਸੀਂ? ਮੈਂ ਬੇਨਤੀ ਕਰਦਾ ਵੀ ਆਪਾਂ ਅਮਨ ਸ਼ਾਂਤੀ ਵੀ ਰੱਖਣੀ ਹੈ ਆਪਣੇ, ਆਪਾਂ ਵੀ ਇਹ ਚਾਹੁੰਦੇ ਆ ਵੀ ਦੋਖੀ ਨੂੰ ਜਿਹੜੀ ਹੈ ਸਜ਼ਾਏ ਮੌਤ ਹੋਣੀ ਚਾਹੀਦੀ, ਜਾਂ ਤਾਂ ਪਹਿਲਾਂ ਹੀ ਉਹ ਆਪਣੇ ਪਤਾ ਲੱਗ ਜਾਂਦਾ। ਤੇ ਹੁਣ ਜੇ ਆਪਣੇ ਕਾਨੂੰਨ ਦੇ ਹੱਥ 'ਚ ਆ ਗਿਆ, ਚਲੋ ਕਾਨੂੰਨ ਤੇ ਵੀ ਭਰੋਸਾ ਕਰਨਾ ਚਾਹੀਦਾ ਆਪਾਂ ਨੂੰ। ਭਾਵੇਂ ਅਜੇ ਤੱਕ ਨਹੀਂ ਕੋਈ ਵੀ ਆਪਣੇ ਇਹੋ ਜਿਹੀ ਜਾਂਚ ਸਾਹਮਣੇ ਆ ਸਕੀ ਜਿਹੜੀ ਸੰਗਤ ਦੇ ਸਾਹਮਣੇ ਕੋਈ ਇਹਨਾਂ ਨੇ ਰੱਖੀ ਹੋਵੇ, ਪਰ ਆਪਣੇ ਇਹਨਾਂ ਨੇ ਹਰੇਕ ਹੈ ਹੀ ਹੈ। ਪਰ ਹੁਣ ਜੇ ਕਾਨੂੰਨ ਉਹ ਪੁਲਿਸ ਕੋਲੇ ਚਲਿਆ ਹੀ ਗਿਆ ਤੇ ਉਹ ਆਪਣੇ ਆਪਾਂ ਨੂੰ ਥੋੜਾ ਤੇ ਯਕੀਨ ਕਰਨਾ ਹੀ ਪੈਣਾ। ਮੈਂ ਇਹ ਬੇਨਤੀ ਕਰਦਾ ਵੀ ਆਪਾਂ ਨੂੰ ਕੋਈ ਨਹੀਂ, ਫੇਰ ਆਪਣੇ ਕਿਹੜਾ ਕੋਈ ਕਿਤੇ ਭੱਜ ਜਾਊਗਾ, ਤੇ ਆਪਾਂ ਨੂੰ ਅਮਨ ਸ਼ਾਂਤੀ ਤੋਂ ਵੀ ਕੰਮ ਲੈਣਾ ਚਾਹੀਦਾ ਹੈ। ਤੇ ਪਰ ਇਹ ਪੰਜਾਬ ਸਰਕਾਰ, ਪੰਜਾਬ ਪੁਲਿਸ ਨੂੰ ਚਾਹੀਦਾ ਹੈ ਇਹਦੇ ਪੂਰਾ ਇਹਦੇ ਪਿੱਛੇ ਜਿਹੜਾ ਕੌਣ ਹੈ ਪੰਥ ਦੋਖੀ, ਇਹ ਆਪਣੇ ਸੰਗਤ ਦੇ ਸਾਹਮਣੇ ਜ਼ਰੂਰ ਲਿਆਉਣਾ ਚਾਹੀਦਾ ਹੈ। ਅੱਛਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਕਹਿ ਲਈਏ ਜੋ ਸੰਸਥਾਵਾਂ ਨੇ, ਕੀ ਉਹ ਆਪਣੇ ਪੱਧਰ ਤੇ ਵੀ ਕੁਝ ਕਰ ਸਕਦੀਆਂ ਤੁਹਾਨੂੰ ਲੱਗਦਾ ਕਿ ਇਸ ਨੂੰ ਰੋਕਣ ਦੇ ਲਈ? ਕਿਉਂਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਫਿਰ ਇਹ ਆਖਿਆ ਜਾਂਦਾ ਕਿ CCTV ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਚਲਾ ਦਿੱਤੇ ਜਾਣ, ਉੱਥੇ ਪਹਿਰੇਦਾਰ ਵੀ ਕੋਈ ਨਾ ਕੋਈ ਜ਼ਰੂਰ ਰਵੇ, ਤਾਂ ਇੱਥੇ ਜੇ ਕੋਈ ਪਹਿਰੇਦਾਰ ਹੁੰਦਾ ਤਾਂ ਫਿਰ ਇਹ ਘਟਨਾ ਰੁਕ ਸਕਦੀ ਸੀ। ਪਹਿਰੇਦਾਰ ਤੇ ਉੱਥੇ ਮੌਕੇ ਤੇ ਹੁਣ ਕਿੰਨੇ ਹੀ ਉੱਥੇ ਬੈਠੇ ਹੋਏ ਸੀ, ਉਹਨੇ ਕਿਹੜਾ ਕਿਸੇ ਦੀ ਪਰਵਾਹ ਕੀਤੀ ਹੈ ਹਨਾ। ਦਰਬਾਰ ਦੇ ਵਿੱਚ ਗ੍ਰੰਥੀ ਵੀ ਸੀ ਸਾਰੇ ਹੀ ਹਨਾ, ਆਪਣੇ ਉੱਥੇ ਬੀਬੀਆਂ ਵੀ ਸੀ ਬੈਠੀਆਂ ਸਾਰੇ, ਜੇ ਉਹ ਹੈਗੇ ਤਾਂ ਹੀ ਉਹਨੂੰ ਫੜ ਲਿਆ। ਉਹ ਉੱਥੇ ਇਹੋ ਜਿਹੀ ਤਾਂ ਕੋਈ ਨਹੀਂ ਚੀਜ਼ ਲੱਗੀ ਸਾਹਮਣੇ ਹਨਾ। ਤੇ ਜੇ ਕੋਈ ਹੈ ਕੋਈ ਕਮੀ ਪੇਸ਼ੀ ਹੈ ਤੇ ਉਹ ਮੌਕੇ ਦੇ ਉਹਨਾਂ ਨੂੰ ਪਤਾ ਹੋਊਗਾ, ਪਰ ਜੋ ਆਪਣੇ ਦੱਸ ਰਹੇ ਨੇ ਵੀ ਉੱਥੇ ਮਹਾਰਾਜ ਦੀ ਹਜ਼ੂਰੀ 'ਚ ਪਾਠੀ ਪਾਠ ਕਰ ਰਹੇ ਸੀ ਜੀ, ਇੱਕ ਨਹੀਂ ਦੋ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਆਪਣੇ ਪਾਠ ਚੱਲ ਰਹੇ ਸੀ ਹਨਾ। ਹੈ ਤਾਂ ਉਹਨੇ ਬਹੁਤ ਹੀ ਘਟੀਆ ਕੰਮ ਕੀਤਾ ਹੈ, ਇਹੋ ਜਿਹੇ ਨੂੰ ਤੇ ਆਪਣੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਠੀਕ ਹੈ, ਠੀਕ ਹੈ ਜੀ, ਧੰਨਵਾਦ ਜੁੜਨ ਦੇ ਲਈ। ਬਾਬਾ ਬਲਬੀਰ ਸਿੰਘ ਬੁੱਢਾ ਦਲ ਦੇ ਮੁਖੀ ਨੇ, ਉਹ ਸਾਡੇ ਨਾਲ ਜੁੜੇ ਸੀ ਔਰ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਹਦੀ ਜਾਂਚ ਡੂੰਘਾਈ ਦੇ ਨਾਲ ਹੋਵੇ, ਪ੍ਰਸ਼ਾਸਨ ਨੂੰ ਇਹਦੀ ਜਾਂਚ ਜਿਹੜੀ ਆ ਉਹ ਕਰਨ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਜੇ ਪੁਲਿਸ ਦੇ ਕੋਲੇ ਹੁਣ ਮੁਲਜ਼ਮ ਹੈ ਤਾਂ ਫਿਰ ਪੁਲਿਸ ਹੀ ਇਹਦਾ ਨਿਤਾਰਾ ਕਰੇ ਕਿ ਆਖਿਰਕਾਰ ਉਸਨੇ ਸਾਰਾ ਕੁਝ ਕੀਤਾ ਕਿਉਂ, ਸੰਗਤਾਂ ਦੇ ਸਾਹਮਣੇ ਉਹ ਸਾਰੀ ਸੱਚਾਈ ਜਿਹੜੀ ਆ ਉਹ ਆ ਸਕੇ, ਪਤਾ ਲੱਗ ਸਕੇ ਉਹਨਾਂ ਨੂੰ ਕਿ ਇਹਦੇ ਪਿੱਛੇ ਮਨਸ਼ਾ ਜਿਹੜੀ ਆ ਉਹ ਆਖਿਰਕਾਰ ਕੀ ਸੀਗੀ। ਕਿਉਂਕਿ ਸਭ ਤੋਂ ਵੱਡੀ ਗੱਲ ਇਹੀ ਆ, ਜਾਣਨ ਦੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ
ਕਿ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ। ਔਰ ਖਾਸ ਤੌਰ ਦੇ ਉੱਤੇ ਜਿਵੇਂ ਜੇਕਰ ਅਸੀਂ ਪਹਿਲਾਂ ਵੀ ਕਰ ਰਹੇ ਸੀ ਕਿ ਚੋਣਾਂ ਦੇ ਨਜ਼ਦੀਕ ਜੇ ਕੱਲ੍ਹ ਇੱਕ ਘਟਨਾ ਫਰੀਦਕੋਟ ਦੇ ਵਿੱਚ ਵਾਪਰੀ, ਅੱਜ ਇੱਥੇ ਮੋਰਿੰਡਾ ਦੇ ਵਿੱਚ ਇਹ ਘਟਨਾ ਵਾਪਰ ਜਾਂਦੀ ਹੈ। ਔਰ ਦੂਜੇ ਪਾਸੇ ਜਲੰਧਰ ਦੇ ਵਿੱਚ ਲੋਕ ਸਭਾ ਦੀ ਜਿਮਣੀ ਚੋਣ ਵੀ ਹੈ। ਫਿਰ ਅਜਿਹੇ ਦੇ ਵਿੱਚ ਕੀ ਉਸ ਦੇ ਨਾਲ ਵੀ ਇਹਦਾ ਕੋਈ ਐਂਗਲ ਜੁੜਦਾ ਹੈ, ਕਿਉਂਕਿ ਖਾਸ ਤੌਰ ਦੇ ਉੱਤੇ ਜਦੋਂ ਪਿਛਲੀ ਵਾਰ ਵੀ ਚੋਣਾਂ ਸੀਗੀਆਂ ਤਾਂ ਉਸ ਦੌਰਾਨ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸੀ। ਤਾਂ ਫਿਰ ਲੋਕ ਵੀ ਇਹ ਮੰਗ ਕਰਨ ਲੱਗ ਪੈਂਦੇ ਹੈ, ਗਲਿਆਣਿਆਂ ਦੇ ਵਿੱਚ ਚਰਚਾ ਵੀ ਹੁੰਦੀ ਹੈ ਇਸ ਗੱਲ ਦੀ ਕਿ ਉਹਨਾਂ ਚੋਣਾਂ ਦੇ ਮੱਦੇਨਜ਼ਰ ਤਾਂ ਨਹੀਂ ਕੋਈ ਅਜਿਹਾ ਕੁਝ ਉਹ ਕਰਵਾਇਆ ਜਾ ਰਿਹਾ। ਤਾਂ ਉਹ ਵੀ ਐਂਗਲ ਤੋਂ ਜਾਂਚ ਹੋਣੀ ਚਾਹੀਦੀ ਹੈ। ਜਾਂ ਫਿਰ ਪੰਜਾਬ ਦੇ ਅਮਨ ਕਾਨੂੰਨ ਨੂੰ ਜਿਸ ਤਰ੍ਹਾਂ ਲਾਂਬੂ ਲਾਉਣ ਦਾ ਜ਼ਿਕਰ ਹੁੰਦਾ ਹੈ, ਤਾਂ ਅੱਜ ਵੀ ਕਈ ਸੰਸਥਾਵਾਂ ਦੇ ਮੁਖੀ ਸਾਡੇ ਨਾਲ ਜੁੜੇ, ਉਹਨਾਂ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਦੀ ਜੋ ਸ਼ਾਂਤੀ ਹੈ ਉਸ ਨੂੰ ਭੰਗ ਕਰਨ ਦੀ ਕੋਸ਼ਿਸ਼ ਵੱਖ-ਵੱਖ ਤਾਕਤਾਂ ਸਮੇਂ-ਸਮੇਂ ਸਿਰ ਕਰਦੀਆਂ ਰਹਿੰਦੀਆਂ। ਤਾਂ ਫਿਰ ਕੀ ਉਹ ਇੱਕ ਕਾਰਨ ਤਾਂ ਨਹੀਂ ਇਸ ਦੇ ਪਿੱਛੇ ਦਾ ਸੀਗਾ? ਤਾਂ ਉਹ ਉਹੀ ਵਿਅਕਤੀ ਦੱਸ ਸਕਦਾ ਕਿ ਆਖਿਰਕਾਰ ਕਿਉਂ। ਤਾਂ ਉਧਰ ਤੁਹਾਨੂੰ ਮੋਰਿੰਡਾ ਥਾਣੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਪੁਲਿਸ ਦੇ ਵੱਲੋਂ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਤਾਂ ਇਹ ਜਿਹੜੀ ਘਟਨਾ ਆ ਉਹਦੇ ਪਿੱਛੇ ਦੀ ਅਸਲ ਵਜ੍ਹਾ ਜਾਣਨ ਦੀ ਕੋਸ਼ਿਸ਼ ਨੂੰ ਲੈ ਕੇ ਮੋਰਿੰਡਾ ਥਾਣਾ ਉੱਥੇ ਸੰਗਤਾਂ ਇਕੱਠੀਆਂ ਹੋਈਆਂ ਨੇ ਔਰ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਕਿ ਸਖਤ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਵੇਂ ਜਾਣਕਾਰੀ ਪਹੁੰਚੇਗੀ ਸਾਡੇ ਤੱਕ ਤਾਂ ਉਹ ਵੀ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਵਾਂਗੇ ਕਿ ਆਖਿਰਕਾਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਭਰੋਸਾ ਕੀ ਦਿੱਤਾ ਜਾ ਰਿਹਾ ਔਰ ਉਸ ਤੋਂ ਬਾਅਦ ਸੰਗਤ ਦਾ ਅਗਲਾ ਫੈਸਲਾ ਕੀ ਹੋਵੇਗਾ। ਕਿਉਂਕਿ ਪਹਿਲਾਂ ਜੋ ਤਸਵੀਰ ਤੁਹਾਨੂੰ ਦਿਖਾਈ ਉਦੋਂ ਉੱਥੇ ਸੰਗਤ ਵੱਡੀ ਗਿਣਤੀ ਦੇ ਵਿੱਚ ਸੀ, ਪੁਲਿਸ ਦੇ ਵੱਲੋਂ ਥਾਣੇ ਦੇ ਅੰਦਰ ਨਹੀਂ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਸੀ। ਤਾਂ ਉਸ ਤੋਂ ਬਾਅਦ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਸੰਗਤ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ। ਕਿ ਜਿਹੜਾ ਦੋਸ਼ੀ ਸੀਗਾ ਮੌਕੇ ਤੋਂ ਹਿਰਾਸਤ 'ਚ ਲੈ ਕੇ ਪੁੱਛਗਿੱਛ ਲਈ ਆਲਰੇਡੀ ਰੋਪੜ ਸ਼ਹਿਰ ਮੂਵ ਕਰ ਚੁੱਕੇ ਸੀਗੇ ਪਹਿਲਾਂ ਹੀ। ਸਾਡੇ ਵੀ ਸੁਣੋ ਬਾਬਾ ਜੀ, ਸੁਣੋ ਮੇਰੀ ਗੱਲ ਸਾਡੇ ਪਹੁੰਚਣ ਤੋਂ ਖੁਦ ਮੌਕਿਆਂ ਤੇ ਪਹੁੰਚਣ ਤੋਂ ਪਹਿਲਾਂ ਹੀ ਮੂਵ ਹੋ ਚੁੱਕੇ ਸੀਗੇ। ਇੱਥੇ ਨਹੀਂ ਸੀ ਜਦ ਦੀ ਸੰਗਤ ਇੱਥੇ ਆਈ ਆ, ਲਗਭਗ 2:15-2:30 ਵਜੇ ਗੇਟ ਤੇ ਹੀ ਬੈਠੀ ਆ। ਅਸੀਂ ਕਿਹੜਾ ਕੋਈ ਗੱਲ ਤੁਹਾਡੇ ਤੋਂ ਲੁਕਾ ਰਹੇ ਆ, ਲੇਕਿਨ ਜਿੱਦਾਂ ਨਵੀਂ ਸੰਗਤ ਆਈ ਜਾਂਦੀ ਉਹਨੂੰ ਲੱਗਦਾ ਸ਼ਾਇਦ ਕਿਸੇ ਬੰਦਾ ਅੰਦਰ ਹੈ, ਉਹ ਫਿਰ ਅੱਗੇ ਨੂੰ ਪੁਸ਼ ਕਰ ਰਿਹਾ। ਮੈਂ ਸੀਨੀਅਰ ਅਫਸਰ ਆਏ ਨੇ, ਉਹਨਾਂ ਨਾਲ ਮਿਲ ਤਾਂ ਲੈਣ ਤੇ ਸਾਨੂੰ ਅਸੀਂ ਤਾਂ ਬਾਹਰ ਹੀ ਨਹੀਂ ਨਿਕਲ ਪਾ ਰਹੇ, ਸਾਨੂੰ ਗੱਲ ਕਰ ਲੈਣ ਦਿਓ, ਅਸੀਂ ਤੁਹਾਨੂੰ ਦੱਸਦੇ ਹਾਂ ਅੱਗੇ। ਓਕੇ ਆ ਗੱਲ ਇਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਕਿ ਕਮੇਟੀ ਦੇ ਪਰਚੇ ਦੀ ਵੀ ਕਮੇਟੀ ਦੇ ਮੈਂਬਰਸ ਦਾ ਰੋਲ ਹੈ। ਅਸੀਂ ਉਹਦੇ ਵਿੱਚ ਵੀ ਇਹਨਾਂ ਨਾਲ ਸਹਿਮਤ ਹੈ। ਅਸੀਂ ਇਹਨਾਂ ਨੂੰ ਕਿਹਾ ਵੀ ਜੋ ਸਾਨੂੰ ਇੱਕ ਵਾਰੀ ਮੈਡੀਕਲ ਤੋਂ ਆ ਜਾਣ, ਜੋ ਸਟੇਟਮੈਂਟ ਲਿਖਾਉਣਗੇ ਅਸੀਂ ਸਾਡੀ ਬੇਨਤੀ ਹੈ ਸਰ ਕਿ ਜਿਹੜਾ ਮੁਜਰਮ ਤੁਸੀਂ ਕਾਰਵਾਈ ਕਰੋ ਨਾ ਕਰੋ, ਇੱਕ ਵਾਰ ਸਾਡੇ ਬਾਰੇ ਸਾਡੀ ਹੱਥ ਵਰਗੇ ਅਸੀਂ ਆਪ ਕਾਰਵਾਈ ਕਰ ਲਾਂਗੇ। ਮੈਂ ਤੁਹਾਡੇ ਬਹੁਤ ਹੋਏ ਆਏ ਨੇ ਪਰਚੇ ਨਾਲ ਹੁੰਦਾ ਪਰਚੇ ਮੈਂ ਦੇਖੋ ਉਹਨੂੰ ਮਿਲਣਾ ਹੈ। ਦੇਖੋ ਸੰਗਤ ਦੀ ਇੱਕ ਬੇਨਤੀ ਹੋਰ ਆਪਣੀ ਗੱਲ ਹੀ ਦੱਸ ਮੈਂ ਦੱਸ ਅਫਸਰਾਂ ਨੂੰ ਬੇਨਤੀ ਸੰਗਤ ਦੀ ਇੱਕ ਬੇਨਤੀ ਹੋਰ ਆ। ਅੱਜ ਜਦੋਂ ਅੰਮ੍ਰਿਤਪਾਲ ਵਾਲਾ ਕੇਸ ਹੋਇਆ ਨਾ, ਉਹ ਮੁੰਡਾ ਜਿਹੜਾ ਮੰਤਰੀ ਸੀਗਾ, ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਾਜੇ ਗਏ, ਉਹ ਸਿਰਫ ਇੱਕ ਮਖੌਲੀਆ ਬੰਦਾ ਸੀਗਾ, ਉਹਦੇ ਤੇ ਐਨਐਸਏ ਲਾਤੀ ਹੈ। ਇਹ ਬੰਦੇ ਨੇ ਐਡਾ ਵੱਡਾ ਦੋਸ਼ ਲਾਇਆ, ਇਹ ਤੇ ਐਨਐਸਏ ਲੱਗਣੀ ਚਾਹੀਦੀ ਹੈ। ਇੱਕ ਮਿੰਟ ਅਸੀਂ ਕਿਸੇ ਵੀ ਚੀਜ਼ ਤੋਂ ਮਨਾ ਨਹੀਂ ਕੀਤਾ। ਉਹਨੂੰ ਵੀ ਤਿਬਰੂਗੜ੍ਹ ਜੇਲ੍ਹ ਭੇਜਣਾ ਚਾਹੀਦਾ। ਅਸੀਂ ਜਿਹੜਾ ਦੋਸ਼ੀ ਆ, ਮੈਂ ਜਿਹੜੇ ਸਾਡੇ ਜਿਨ੍ਹਾਂ ਪਾਠੀ ਸਿੰਘ ਤੇ ਹਮਲਾ ਹੋਇਆ ਉਹਨਾਂ ਦੇ ਮਨ 'ਚ ਇਹ ਸੀਗਾ ਕਿ ਮੈਂ ਐਸਾ ਕੀ ਕੀਤਾ ਵੀ ਮੇਰੇ ਤੇ ਇਦਾਂ ਹਮਲਾ ਹੋਇਆ। ਸੁਣੋ ਜੀ, ਅਸੀਂ ਸੁਣੋ ਮੇਰੀ ਗੱਲ, ਅਸੀਂ ਭਾਈ ਜੀ ਉਹਨਾਂ ਨੂੰ ਨਾਲ ਬਿਠਾ ਕੇ ਸਾਡੇ ਨਾਲ 4-5 ਹੋਰ ਇੱਥੋਂ ਦੇ ਤੁਹਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹ ਉਸ ਬੰਦੇ ਦੇ ਸਾਹਮਣੇ ਲੈ ਕੇ ਜਾ ਰਹੇ। ਜ਼ਿਆਦਾ ਗੱਲ ਮੈਂ ਇੱਥੇ ਨਹੀਂ ਬੋਲ ਸਕਦਾ, ਪਰ ਅਸੀਂ ਤੁਹਾਡੀ ਹਰ ਗੱਲ ਨੂੰ ਪੂਰੀ ਕਰਾਂਗੇ ਇੱਕ ਲੈਵਲ ਤੱਕ। ਠੀਕ ਹੈ। ਇੱਕ ਬਹੁਤ ਵੱਡਾ ਜਿਹੜਾ ਵਾ ਸਾਰਾਮਾ ਕੀਤਾ ਗਿਆ। ਬਾਅਦ ਚ ਗੱਲ ਕਰ ਲਵੇ ਯਾਰ, ਬਾਅਦ ਚ ਗੱਲ ਕਰ ਲਵੇ।
ਬਸ ਬੱਚੇ ਬਸ ਅਸੀਂ ਦੇਖੋ ਤਫਤੀਸ਼ ਦੇ ਵਿੱਚ ਕੋਈ ਵੀ ਐਸੀ ਗੱਲ ਨਹੀਂ ਹੈ ਜਿਹੜੀ ਮੇਰੀ ਗੱਲ ਸੁਣੋ ਸਰ ਬੇਨਤੀ ਅਸੀਂ ਇੱਕ ਮਿੰਟ ਜੀ ਉਹ ਅਸੀਂ ਕਹਤਾ ਹੈ ਸਾਰੀ ਗੱਲ ਜਿਹੜੀ ਆ ਦੇਖੋ ਮੈਡੀਕਲ ਤੋਂ ਬਾਅਦ ਜਿਹੜਾ ਮੈਨੇਜਮੈਂਟ ਦਾ ਇਸ਼ੂ ਆ ਮੇਰੀ ਬੇਨਤੀ ਫਿਲਹਾਲ ਅਸੀਂ ਤੁਹਾਡੇ ਕਈ ਬੰਦਿਆਂ ਨੂੰ ਇੱਕ ਮਿੰਟ ਸੁਣੋ ਯਾਰ ਸੁਣੋ ਅਸੀਂ ਤੁਹਾਡੇ ਨਾਲ ਆਈ ਸੰਗਤ ਨੂੰ ਇੱਕ ਹਾਂਜੀ ਗ੍ਰੰਥੀ ਸਿੰਘ ਦਾ ਮੈਡੀਕਲ ਕਰਾਉਣਾ ਜੀ ਜਿਹੜਾ ਅੰਦਰ ਹੈ ਅਸੀਂ ਤੁਹਾਡੇ ਨਾਲ ਆਏ ਕਾਫੀ ਸੰਗਤ ਨੂੰ ਅੰਦਰ ਆਪ ਦਿਖਾ ਚੁੱਕੇ ਹਾਂ ਸਿੰਘ ਸਾਹਿਬ ਕਾਫੀ ਆਪ ਜਾ ਕੇ ਦੇਖਿਆ ਆ ਕਿ ਵੀ ਅੰਦਰ ਹੈ ਨਹੀਂਗਾ ਉਹ ਮੈਂ ਦੱਸਤਾ ਜੀ ਕਈ ਵਾਰੀ ਉਹ ਬ੍ਰਦਰ ਜਾਏ ਸਾਰੇ ਜਾਏ ਸਭ ਜਾਏ ਹੁਣ ਮੇਰੀ ਬੇਨਤੀ ਇਹ ਆ ਇੱਕ ਮਿੰਟ ਹੈਲੋ ਆ ਗੱਲ ਸੁਣ ਲਓ ਪੂਰੀ ਯਾਰ ਬੇਨਤੀ ਇਹ ਹੈ ਅਸੀਂ ਦਿਖਾਉਣੇ ਆ ਜਿਹੜੀ ਆ ਸਰਦਾਰ ਸਾਹਿਬ ਨੇ ਗੱਲ ਕਹੀ ਹੈ ਵੀਡੀਓ ਕਾਲ ਤੇ ਲਾਈਵ ਅਸੀਂ ਸਭ ਕੁਝ ਕਰਾ ਦੇਣਾ ਹੈ ਪਰ ਗੱਲ ਹੈ ਵੀ ਸਾਨੂੰ ਸਮਾਂ ਦਿਓ ਅਸੀਂ ਜਿਹੜੀ ਸੈਕਸ਼ਨਾਂ ਦੀ ਤੁਸੀਂ ਗੱਲ ਕੀਤੀ ਸਾਡੇ ਸੀਨੀਅਰ ਅਫਸਰ ਆ ਚੁੱਕੇ ਆ ਮਰਿੰਡੇ ਉਹਨਾਂ ਨੂੰ ਮਿਲ ਲੈਣ ਤੋਂ 5 ਮਿੰਟ ਅਸੀਂ ਉਹ ਵੀ ਕਰ ਦਾਂਗੇ ਪਰ ਆਪਾਂ ਸਬਰ ਰੱਖੀਏ ਬਿਲਕੁਲ ਥੈਂਕ ਯੂ ਫਿਲਹਾਲ ਜੀ ਪਰਚਾ 307 295 A 323 506 ਚ ਹੋਇਆ ਜੀ ਮੈਂ ਕਹਾਂ ਤਾਂ ਮੁਲਜ਼ਮ ਦੇ ਉੱਤੇ ਪਰਚਾ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਧਾਰਾ 307 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਔਰ ਜਿਹੜੇ ਗ੍ਰੰਥੀ ਸਿੰਘ ਸੀ ਉਹਨਾਂ ਨੂੰ ਮੈਡੀਕਲ ਦੇ ਲਈ ਭੇਜਿਆ ਗਿਆ ਮੈਡੀਕਲ ਉਹਨਾਂ ਦਾ ਕਰਵਾਇਆ ਜਾ ਰਿਹਾ ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਸੰਗਤ ਕਹੇਗੀ ਉਹਨਾਂ ਦੇ ਮੁਤਾਬਕ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਪੁਲਿਸ ਦੇ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਸਾਰੇ ਮਸਲੇ ਦੀ ਔਰ ਪੁਲਿਸ ਇਹ ਕਹਿੰਦੀ ਕਿ ਮੁਲਜ਼ਮ ਜਿਹੜਾ ਉਹ ਇੱਥੇ ਨਹੀਂ ਹੈ ਔਰ ਇਸ ਤੋਂ ਇਲਾਵਾ ਇਹ ਵੀ ਆਖ ਰਹੇ ਨੇ ਕਿ ਸੀਨੀਅਰ ਅਧਿਕਾਰੀਆਂ ਦੇ ਨਾਲ ਅਸੀਂ ਗੱਲਬਾਤ ਕਰਕੇ ਜੋ ਸਖਤ ਤੋਂ ਸਖਤ ਧਾਰਾਵਾਂ ਜਿਹੜੀਆਂ ਨੇ ਉਹ ਲੱਗਣਗੀਆਂ ਤਾਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜਿੰਨੀਆਂ ਗੱਲਾਂ ਇੱਥੇ ਤੁਹਾਡੇ ਨਾਲ ਮੈਂ ਕੀਤੀਆਂ ਨੇ ਇਹਦੀ ਅਸੀਂ 24 ਘੰਟੇ ਦੇ ਅੰਦਰ ਸਾਰਾ ਕੰਮ ਕਰ ਦੇਣਾ ਤੁਸੀਂ ਦੱਸੋ ਕਿੰਨਾ ਚਾਹੀਦਾ ਸਾਨੂੰ ਮੈਡੀਕਲ ਤੋਂ ਵਾਪਸ ਆਉਂਦੇ ਹੀ ਵਾਧਾ ਜੁਰਮ ਵੱਲ ਜਾਵਾਂਗੇ ਆਪਾਂ ਉਸ ਤੋਂ ਬਾਅਦ ਕਮੇਟੀ ਦਾ ਉਹ ਯਾਰ ਦੱਸ ਰਿਹਾ ਭਰਾਵਾ ਬਿਆਨ ਉਹ ਮੈਡੀਕਲ ਤੋਂ ਆਉਣਗੇ ਤਾਂ ਹੀ ਬਿਆਨ ਹੁਣ ਲਿਖਾਉਣਗੇ ਉਹ ਵੀ ਲਿਖ ਦਾਂਗੇ ਪੱਕਾ ਲਿਖ ਕੇ ਤੈਨੂੰ ਫੜਾ ਦਾਂਗੇ ਯਾਰ ਜਾਓ ਜੀ ਠੀਕ ਹੈ ਨਾ ਬੈਠੋ ਬੈਠ ਜਾਓ ਸੰਗਤ ਬੈਠ ਜਾਓ